बिस्मिल्लाहिर्रहमानिर्रहीम। नाज़रीन अस्सलाम वालेकुम। तुसीं देखदे पियो न्यूज़ टाइम ते न्यूज़ टाइम दी वड्डी खबरां च सब तो पहले खबर कि खान ने डंडा फड़ लिया है। उन्हें कह दिता है कि अली मीर गंडापुर ऑपरेशन नहीं रुकवा सकता तो इस्तीफा दे दे। एदी तस्दीक जड़ी है वो हलीमा खान ने भी कर दी है। हलीमा खान ने आख्या है कि इमरान खान ने ऑपरेशन की मुखालफत कर दी है तो इमरान खान ने कहा फौज ते अवाम नूं बजोड़ समेत कबायली इलाकिਆਂ ਤੇ खैबर पख्तूनख्वा ਦੇ ਵਿੱਚ ਅਮਨ ਸਾਹਮਣੇ ਲਿਆਉਣ ਦੇ ਨਾਲ फौज का अदारा तबाह हो जाएगा, गलबात का मामला हल हो जाएगा। उस तो इलावा इमरान खान ने 15 अगस्त तो बाद भी 14 अगस्त को भी निकलन का हुक्म दे दिता है। इमरान खान ने कहा 77 साल बाद अज फिर वो वक्त आ गया है कि आज़ादी ਲਈ कौम निकले। 5 ਦੇ बाद अगली तारीख 14 है, अलीमा खान ने कहा है। उस तो इलावा इमरान खान ने एक होर बड़ा सरप्राइज दिता है। इमरान खान ने कहा है कि जिन्होंने ਮੈਂਬਰਾਂ ਨੇ ਪਾਰਲੀਮੈਂਟ ਨੂੰ ਨਾਅਹਲ ਕੀਤਾ ਹੈ ਉਹਨਾਂ ਦੇ ਹਲਕਿਆਂ ਦੇ ਵਿੱਚ ਜ਼ਿਮਨੀ ਇੰਤਖਾਬਾਤ ਦੇ ਵਿੱਚ ਆਪਣੇ ਉਮੀਦਵਾਰ ਪੀਟੀਆਈ ਨਹੀਂ ਖੜੀ ਕਰੇਗੀ ਕਿਉਂਕਿ ਉਹਨਾਂ ਨੂੰ ਨਜਾਇਜ਼ ਤੇ ਗੈਰ ਕਾਨੂੰਨੀ ਤਰੀਕੇ ਨਾਲ ਨਾਅਹਲ ਕੀਤਾ ਹੈ। ਉਸ ਤੋਂ ਇਲਾਵਾ ਇਮਰਾਨ ਖਾਨ ਨੇ ਇਸ ਗੱਲ ਦੀ ਤਸਦੀਕ ਕਰਤੀ ਹੈ ਕਿ ਮੇਰੇ ਬੇਟਿਆਂ ਨਾਲ ਮੇਰੀ ਗੱਲ ਕਰਾ ਦਿੱਤੀ ਗਈ ਹੈ। ਉਹਨਾਂ ਨੇ ਇਹ ਕਿਹਾ ਹੈ ਕਿ 1 ਘੰਟੇ ਤੋਂ ਜ਼ਿਆਦਾ ਮੇਰੇ ਬੱਚਿਆਂ ਨਾਲ ਗੱਲ ਹੋਈ ਹੈ। ਅਖਬਾਰਾਤ ਵੀ ਮਿਲਣੇ ਸ਼ੁਰੂ ਹੋ ਗਏ ਨੇ ਤੇ ਟੀਵੀ ਵੀ ਹੁਣ ਔਨ ਕਰ ਦਿੱਤਾ ਗਿਆ ਹੈ। ਤੇ ਇਹ ਸਭ ਤੋਂ ਪਹਿਲੇ ਗੱਲ ਹੈ ਵੇ ਕਿ ਨਤੀਜਾ ਇਹ ਸੋਸ਼ਲ ਮੀਡੀਆ ਦੇ ਵਿੱਚ ਲੋਕਾਂ ਦਾ ਆਵਾਜ਼ ਉਠਾਉਣ ਨਾਲ ਔਰ ਦੂਸਰਾ ਇਮਰਾਨ ਖਾਨ ਦੇ ਪੁੱਤਰਾਂ ਦਾ ਇੰਟਰਵਿਊ ਦੇਣਾ ਇਹ ਉਹਦਾ ਨਤੀਜਾ ਹੈ। ਔਰ ਤੀਸਰਾ ਪਾਕ ਭਾਰਤ ਜਿਹੜੀ ਜੰਗ ਹੋਈ ਹੈ ਔਰ ਤੇ ਆਲਮੀ ਅਦਾਰਿਆਂ ਨੇ ਰਾਈਟਰ ਨੇ ਖਸੂਸੀ ਰਿਪੋਰਟ ਸ਼ਾਇਆ ਕੀਤੀ ਹੈ ਕਿ ਭਾਰਤ ਦੀ ਠੁਕਾਈ ਕਿਵੇਂ ਹੋਈ ਹੈ। ਉਹਦੇ ਵਿੱਚ ਪਾਕ ਫਜ਼ਾਈਆ ਨੇ ਜਦੀਦ ਭਾਰਤੀ ਰਫੀਲ ਜਿਹੜੇ ਨੇ ਉਹ ਕਿਵੇਂ ਸੁੱਟੇ ਨੇ। ਉਹਨੇ ਕਿਹਾ ਜਿਵੇਂ ਹੀ ਭਾਰਤੀ ਤਿਆਰੇ ਰਡਾਰ ਤੇ ਨਮੂਦਾਰ ਹੋਏ ਨੇ ਤੇ ਪਾਕਿਸਤਾਨੀ 에ਅਰ ਚੀਫ ਨੇ ਫੌਰੀ ਤੌਰ ਤੇ 10C ਤਿਆਰਿਆਂ ਨੂੰ ਰਵਾਨਾ ਕਰ ਦਿੱਤਾ ਤੇ ਉਹਨਾਂ ਨੇ ਰਫੀਲ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ। ਰਿਪੋਰਟ ਦਾ ਮਤਲਬ ਹੈ ਤੇ ਰਾਈਟਰ ਨੇ ਆਪਣੀ ਰਿਪੋਰਟ 'ਚ ਇੰਕਸ਼ਾਫ ਕੀਤਾ ਹੈ ਕਿ 7 ਮਈ ਤੋਂ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਹੋਣ ਵਾਲੀ ਫਜ਼ਾਈ ਝੜਪ ਜਿਹੜੀ ਹੈ ਜਦੀਦ ਦੌਰ ਦੀ ਸਭ ਤੋਂ ਵੱਡੀ ਫਜ਼ਾਈ ਜੰਗ ਸੀ ਜਿਹਦੇ ਵਿੱਚ 110 ਦੇ करीब ਜਿਹੜੇ ਨੇ ਤਿਆਰਿਆਂ ਨੇ ਹਿੱਸਾ ਲਿਆ। ਇਸ ਮਾਰਕੇ ਦਾ ਮਰਕਜ਼ ਪਾਕਿਸਤਾਨ ਤੇ ਚੀਨੀ ਸਾਖਤਾ J-10C ਤਿਆਰੇ ਤੇ ਭਾਰਤ ਦੇ ਜਦੀਦ ਫਰਾਂਸੀਸੀ ਰਫੀਲ ਤਿਆਰੇ ਸਨ। ਤੇ ਉਸ ਤੋਂ ਇਲਾਵਾ ਇਮਰਾਨ ਖਾਨ ਨੇ ਇਹ ਵੀ ਕਿਹਾ ਹੈ ਕਿ ਕਾਸਮ ਤੇ ਸਲਮਾਨ ਪਾਕਿਸਤਾਨ ਆਣਗੇ ਲੇਕਿਨ ਕਿਸੇ ਵੀ ਸਿਆਸੀ ਤਰੀਕ ਦਾ ਹਿੱਸਾ ਨਹੀਂ ਬਣਨਗੇ। ਔਰ ਇਸ ਤੋਂ ਇਲਾਵਾ ਲੱਕੀ ਮਰਵਤ ਦੇ ਵਿੱਚ ਧਮਾਕਾ 5 ਬੱਚੇ ਜਾਂ ਬਾਗ ਤੇ ਖਤੂਨ ਸਮੇਤ 13 ਜ਼ਖਮੀ ਹੋ ਗਏ ਨੇ। ਧਮਾਕੇ ਦੇ ਵਿੱਚ ਜ਼ਖਮੀ ਹੋਣ ਵਾਲੇ ਅਫਰਾਦ ਨੂੰ ਸਿਟੀ ਹਸਪਤਾਲ ਦਾਖਲ ਕਰ ਦਿੱਤਾ ਗਿਆ ਹੈ ਜਿੱਥੇ ਖੂਨ ਦੇ ਇhtiyat ਦੀ ਸ਼ਦੀਦ ਜ਼ਰੂਰਤ ਹੈ। ਤੇ ਪਿਊਟਨ ਨੇ ਆਖਿਆ ਹੈ ਕਿ ਯੂਕਰੇਨ ਅਮਨ ਮੁਜ਼ਾਕਰਾਤ ਦੇ ਵਿੱਚ ਟਰੰਪ ਜ਼ਰੂਰਤ ਤੋਂ ਜ਼ਿਆਦਾ ਤਵੱਕੋ ਰੱਖਣ ਦੀ ਵਜ੍ਹਾ ਨਾਲ ਮਾਯੂਸੀ ਦਾ ਸ਼ਿਕਾਰ ਹੈ। रूसी सदर ने आख्या है कि यूक्रेन के नाल मजीद अमन मुज़ाकरात की उम्मीद रखना वा ते जंग का पांसा इस वक्त भी जड़े आए और रूस के कोल है। ते आलमी खबर अदारे के मुताबिक रूसी सदर प्यूटन ने डोनाल्ड ट्रंप का नाम लिते बगैर कहा है कि मायूसी इस वास्ते हुई है कि जरूरत तो ज्यादा तो नतीजे की तवक्को रखी गई सी। एक अमूमी असूल है उन्होंने आख्या। तो ट्रंप ने कहा है कि सुनिया कि भारत ने रूस तो कोलों तेल की खरीदारी रोक दी है लेकिन दूसरी खबर यह भी चल रही है कि भारत ने अपनी कंपनियों को हुक्म दे दिता है कि सारा तेल ही रूस को खरीदा जाए। यह भी खबर चल रही है लेकिन अमरीकी सदर डोनाल्ड ट्रंप के बकोल उन्होंने सुनिया कि जुर्माना करने के ऐलान तो बाद भारत ने रूस को पेट्रोल की खरीदारी बंद कर दी है। तो उस तो इलावा गजा के विच खूनरेजी का नवा सिलसिला जारी हो गया है। एक दिन के विच 111 ਜਿਹੜੇ ਨੇ ਸ਼ਹੀਦ ਹੈ ਤੇ ਭੁੱਖ ਨਾਲ ਮਜ਼ੀਦ ਅਮਵਾਤ ਹੋਣ ਦਾ ਖਤਰਾ ਹੈ। ਤੇ ਦੁਨੀਆ ਜਿਹੜੀ ਹੈ ਚੁੱਪ ਕਰਕੇ ਬੈਠੀ ਹੈ ਔਰ ਖਾਸ ਕਰ ਉਮਤ ਮੁਸਲਮਾਨ ਜਿਹੜੀ ਹੈ ਉਹਨੇ ਤੇ ਬਿਲਕੁਲ ਹੀ ਘੁੰਗੜੀਆਂ ਹੀ ਮੂੰਹ ਚ ਪਾ ਲਈਆਂ ਨੇ। ਗਜ਼ਾ ਪੱਟੀ ਦੇ ਵਿੱਚ ਇਸਰਾਈਲੀ ਫੌਜੀ ਕਾਰਵਾਈਆਂ ਦਾ ਸਿਲਸਿਲਾ ਜਾਰੀ ਹੈ ਜਿਹਦੇ ਨਤੀਜੇ ਵਿੱਚ ਪਿਛਲੇ 24 ਘੰਟਿਆਂ 'ਚ 111 ਫਲਸਤੀਨੀ ਸ਼ਹੀਦ ਹੋਏ ਨੇ ਤੇ ਸਵੇਰ ਤੋਂ ਲੈ ਕੇ ਹੁਣ ਤੱਕ ਫਜ਼ਾਈ ਹਮਲਿਆਂ ਦੇ ਵਿੱਚ 65 ਅਫਰਾਦ ਦੀ ਹਲਾਕਤ ਦੀ ਜਿਹੜੀ ਹੈ ਨਾ ਉਹ ਖਬਰ ਹੈ ਤੇ ਜਿਨਕੇ 820 ਤੋਂ ਜ਼ਿਆਦਾ ਅਫਰਾਦ ਜ਼ਖਮੀ ਹੋ ਗਏ ਨੇ। ਹੁਣ ਤੱਕ ਲਈ ਨਾਜ਼ਰੀਨ नहीं, अगली वीडियो तक इजाजत दियो। अल्लाह हाफिज।